जय हिंद प्यारे विद्यार्थियों। ਤੁਸੀਂ ਸਾਰੇ ਹੀ 8ਵੀਂ ਜਮਾਤ 'ਚ ਬੱਚੇ ਆਏ ਹੋ ਬੇਟਾ, ਤਾਂ ਇੱਕ ਵਾਰੀ ਫੇਰ ਤੁਹਾਡਾ ਵੈਲਕਮ ਸਵਾਗਤ। ਤੇ ਅੱਜ ਬੇਟਾ ਮੈਂ ਤੁਹਾਡੇ ਵਾਸਤੇ ਲੈ ਕੇ ਆਇਆ ਹਾਂ ਤੁਹਾਡੀ ਨਾਗਰਿਕ ਸ਼ਾਸਤਰ ਦਾ ਜਿਹੜਾ ਪਾਠ ਹੈ, ਜਿਹਦਾ ਨਾਮ ਹੈ ਸੰਵਿਧਾਨ ਅਤੇ ਕਾਨੂੰਨ। ਠੀਕ ਹੈ, ਪਾਠ ਨੰਬਰ 24 ਹੈ ਬੇਟਾ। ਤੇ ਸੰਵਿਧਾਨ ਅਤੇ ਕਾਨੂੰਨ ਬਾਰੇ ਤੁਸੀਂ ਬਹੁਤ ਕੁਝ ਸੁਣਿਆ ਹੋਊਗਾ, ਤੇ ਆਓ ਅੱਜ ਆਪਾਂ ਇਸ ਵਿਸ਼ੇ ਉੱਪਰ ਗੱਲ ਕਰਦੇ ਹਾਂ ਬੇਟਾ। ਠੀਕ ਹੈ, ਤੁਸੀਂ ਲੈਸਨ ਨੂੰ ਧਿਆਨ ਨਾਲ ਬੇਟਾ ਸੁਣਨਾ ਹੈ, ਔਰ ਜਿਹੜੀਆਂ ਮੇਨ ਗੱਲਾਂ ਨੇ ਉਹ ਆਪਦੀ ਕਾਪੀ ਤੇ ਨੋਟ ਕਰ ਲੈਣੀਆਂ ਨੇ। ਤਾਂ ਸਾਰੇ ਬੱਚੇ ਆਪਣੀ ਕਾਪੀ ਵਗੈਰਾ ਬੇਟਾ ਖੋਲ ਕੇ ਰੱਖੋ, ਤੇ ਮੈਂ ਤੁਹਾਨੂੰ ਜਿਹੜਾ ਹੈ ਸ਼ੇਅਰ ਕਰਨ ਜਾ ਰਿਹਾ ਹਾਂ ਸੰਵਿਧਾਨ ਅਤੇ ਕਾਨੂੰਨ ਬਾਰੇ ਵਿਸ਼ੇਸ਼ ਜਾਣਕਾਰੀ। ਤੇ ਸਾਡੇ ਨਾਲ ਬਣੇ ਰਹਿਣ ਲਈ ਧੰਨਵਾਦ। ਤੁਸੀਂ ਬੇਟਾ ਜਾਣਦੇ ਹੋ ਕਿ ਜੋ ਸਾਡਾ ਭਾਰਤ ਹੈ 15 ਅਗਸਤ 1947 ਨੂੰ ਆਜ਼ਾਦ ਹੋਇਆ, ਔਰ ਆਜ਼ਾਦੀ ਵਾਸਤੇ ਸਾਨੂੰ ਬਹੁਤ ਜੋ ਹੈ ਸਮਾਂ ਤੱਕ ਜਦੋਜਹਿਦ ਕਰਨੀ ਪਈ। ਕਿੰਨੀਆਂ ਹੀ ਸਾਨੂੰ ਕੁਰਬਾਨੀਆਂ ਦੇਣੀਆਂ ਪਈਆਂ, ਕਿੰਨੇ ਅੰਦੋਲਨ ਕਰਨੇ ਪਏ। ਤੇ ਭਾਰਤ ਆਜ਼ਾਦ ਹੋਣ ਤੋਂ ਬਾਅਦ ਸਾਡੇ ਵਾਸਤੇ ਇੱਕ ਨਵੇਂ ਸੰਵਿਧਾਨ ਦਾ ਨਿਰਮਾਣ ਜੋ ਹੈ ਜ਼ਰੂਰੀ ਸੀ, ਤਾਂ ਕਿ ਜਿਹਦੇ ਵਿੱਚ ਸਾਡੇ ਆਪ ਦੇ ਕਾਨੂੰਨ ਹੋਣ ਔਰ ਅਸੀਂ ਦੇਸ਼ ਨੂੰ ਆਪ ਦੇ ਸੰਵਿਧਾਨ ਮੁਤਾਬਕ ਚਲਾ ਸਕੀਏ। ਓਕੇ, ਤੇ ਸੰਵਿਧਾਨ ਤੁਹਾਡੇ ਮਨ ਦੇ ਵਿੱਚ ਬੇਟਾ ਆ ਰਿਹਾ ਹੋਵੇਗਾ ਕਿ ਸੰਵਿਧਾਨ ਅਸੀਂ ਕਿਹਨੂੰ ਕਹਿੰਦੇ ਆ, ਸੰਵਿਧਾਨ ਹੈ ਕਿਆ ਚੀਜ਼। ਤੇ ਸਾਰੇ ਬੱਚੇ ਸੁਣੋ ਧਿਆਨ ਨਾਲ। ਸੰਵਿਧਾਨ ਬੇਟਾ ਉਹ ਕਾਨੂੰਨੀ ਦਸਤਾਵੇਜ਼ ਹੈ ਜਿਨ੍ਹਾਂ ਅਨੁਸਾਰ ਕਿਸੇ ਵੀ ਦੇਸ਼ ਦਾ ਪ੍ਰਬੰਧ ਚਲਾਇਆ ਜਾਂਦਾ ਹੈ। ਓਕੇ, ਇੱਕ ਵਾਰੀ ਫਿਰ ਦੇਖੋ, ਸੰਵਿਧਾਨ ਉਹ ਕਾਨੂੰਨੀ ਦਸਤਾਵੇਜ਼ ਹੈ ਜਿਨ੍ਹਾਂ ਅਨੁਸਾਰ ਦੇਸ਼ ਦਾ ਸ਼ਾਸਨ ਪ੍ਰਬੰਧ ਚਲਾਇਆ ਜਾਂਦਾ ਹੈ। ਨੰਬਰ 2, ਜੋ ਸੰਵਿਧਾਨ ਹੈ ਬੇਟਾ ਇਹ ਦੇਸ਼ ਦੇ ਸਾਰੇ ਕਾਨੂੰਨਾਂ ਤੋਂ ਉੱਪਰ ਹੁੰਦਾ ਹੈ। ਆਪਣੇ ਜੋ ਸੰਵਿਧਾਨ ਦੇ ਕਾਨੂੰਨ ਨੇ ਬੇਟਾ ਇਹ ਸਰਵਉੱਚ ਹੁੰਦੇ ਨੇ। ਓਕੇ, ਤੇ ਸੰਵਿਧਾਨ ਬਣਾਉਣ ਵਾਸਤੇ ਬੇਟਾ ਸਾਡੇ ਭਾਰਤੀ ਨੇਤਾਵਾਂ ਨੇ ਇੱਕ ਸੰਵਿਧਾਨਿਕ ਕਮੇਟੀ ਦੀ ਰਚਨਾ ਕੀਤੀ, ਔਰ ਉਸ ਦੇ ਜਿਹੜੇ ਪ੍ਰਧਾਨ ਸਨ ਉਹ ਚੁਣੇ ਗਏ ਡਾਕਟਰ ਰਾਜਿੰਦਰ ਪ੍ਰਸਾਦ। ਸੰਵਿਧਾਨ ਸਭਾ ਦੇ ਜਿਹੜੇ ਸਥਾਈ ਪ੍ਰਧਾਨ ਸਨ ਬੇਟਾ, ਇਹ ਗੱਲ ਨੋਟ ਕਰ ਲਿਓ, ਡਾਕਟਰ ਰਾਜਿੰਦਰ ਪ੍ਰਸਾਦ ਜੀ ਨੂੰ ਚੁਣਿਆ ਗਿਆ। ਔਰ ਸੰਵਿਧਾਨ ਸਭਾ ਦੀ ਜਿਹੜੀ ਪਹਿਲੀ ਮੀਟਿੰਗ ਹੈ ਬੇਟਾ ਇਹ ਹੋਈ 9 ਦਸੰਬਰ 1946 ਨੂੰ। ਓਕੇ, ਹਾਂ 9 ਦਸੰਬਰ 1946 1946। ਤੇ ਸੰਵਿਧਾਨ ਨੂੰ ਬੇਟਾ ਨਿਯਮਿਤ ਰੂਪ ਦੇਣ ਵਾਸਤੇ 29 ਅਗਸਤ 1947 ਨੂੰ ਡਾਕਟਰ BR ਅੰਬੇਡਕਰ ਦੀ ਪ੍ਰਧਾਨਗੀ ਹੇਠ ਇੱਕ 7 ਮੈਂਬਰੀ ਕਮੇਟੀ ਬਣਾਈ ਗਈ। ਤੇ ਮਸੌਦਾ ਕਮੇਟੀ ਦੇ ਜਿਹੜੇ ਪ੍ਰਧਾਨ ਸਨ ਬੇਟਾ ਉਹ ਸਾਡੇ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ। ਓਕੇ, ਇਹਨਾਂ ਨੂੰ ਜੋ ਹੈ ਬੇਟਾ ਭਾਰਤ ਰਤਨ ਵਜੋਂ ਵੀ ਨਵਾਜਿਆ ਹੋਇਆ ਔਰ ਬਹੁਤ ਬਿਹਤਰੀਨ ਕੰਮ ਕੀਤਾ ਹੈ। ਔਰ ਇਸ ਮਸੌਦਾ ਕਮੇਟੀ ਨੇ ਵੱਖ-ਵੱਖ ਦੇਸ਼ਾਂ ਦੇ ਸੰਵਿਧਾਨਾਂ ਦਾ ਅਧਿਐਨ ਕੀਤਾ, ਵੱਖਰੇ ਦੇਸ਼ਾਂ ਦੇ ਸੰਵਿਧਾਨ ਪੜ੍ਹੇ ਔਰ ਦੇਖਿਆ ਕਿ ਇਹਨਾਂ ਵਿੱਚੋਂ ਕਿਹੜੀ ਗੱਲ ਵਧੀਆ ਹੈ, ਤੇ ਉਹ ਸਾਰੀਆਂ ਗੱਲਾਂ ਬੇਟਾ ਨੋਟ ਕੀਤੀਆਂ, ਕੁਝ ਆਪਣੇ ਵੱਲੋਂ ਪਾਈਆਂ, ਤੇ ਇਸ ਕਰਕੇ ਜੋ ਹੈ ਆਪਣਾ ਸੰਵਿਧਾਨ ਬੇਟਾ ਤਿਆਰ ਹੋਇਆ। ਤੇ ਤੁਹਾਨੂੰ ਜ਼ਰੂਰ ਪਤਾ ਹੋਊਗਾ ਕਿ ਸਾਡੇ ਸੰਵਿਧਾਨ ਬਣਨ ਦੇ ਵਿੱਚ ਕਿੰਨਾ ਸਮਾਂ ਲੱਗਿਆ। ਹਾਂਜੀ ਬੇਟਾ, ਸਾਡੇ ਸੰਵਿਧਾਨ ਬਣਨ ਦੇ ਵਿੱਚ 2 ਸਾਲ 11 ਮਹੀਨੇ 18 ਦਿਨ ਬੇਟਾ। ਓਕੇ, ਹਾਂ ਇਹ ਬੜਾ ਇੰਪੋਰਟੈਂਟ ਹੈ। 2 ਸਾਲ 11 ਮਹੀਨੇ ਅਤੇ 18 ਦਿਨ ਲੱਗੇ, ਤੇ ਕੁੱਲ ਬੇਟਾ 11 ਮੀਟਿੰਗਾਂ ਹੋਈਆਂ, ਤੇ 11 ਮੀਟਿੰਗਾਂ ਦੇ ਵਿੱਚ ਜੋ ਹੈ ਅਸੀਂ ਫੈਸਲੇ ਲਏ ਔਰ ਸਾਡਾ ਸੰਵਿਧਾਨ ਜਿਹੜਾ ਤਿਆਰ ਹੋਇਆ। ਹੁਣ ਬੇਟਾ ਜੋ ਸਾਡਾ ਸੰਵਿਧਾਨ ਹੈ ਇਹ ਤਿਆਰ ਹੋ ਗਿਆ ਸੀ 26 ਨਵੰਬਰ 1949 ਨੂੰ, ਆ ਤੁਹਾਡੇ ਸਾਹਮਣੇ। ਲੇਕਿਨ ਅਸੀਂ ਇਹਨੂੰ ਲਾਗੂ ਕੀਤਾ 26 ਜਨਵਰੀ 1950। ਤੇ ਕਈ ਬੱਚਿਆਂ ਦੇ ਮਨ 'ਚ ਆਉਂਦਾ ਹੈ ਵੀ ਜਦੋਂ ਤਿਆਰ 26 ਨਵੰਬਰ ਨੂੰ ਹੋ ਗਿਆ ਤੇ ਫਿਰ ਅਸੀਂ 26 ਜਨਵਰੀ ਨੂੰ ਲਾਗੂ ਕਿਉਂ ਕੀਤਾ। ਉਹਦੇ ਪਿੱਛੇ ਬੇਟਾ ਕਾਰਨ ਇਹ ਹੈ, ਦੇਖੋ ਜਿਵੇਂ ਆਪਾਂ ਘਰੇ ਕੋਈ ਸਮਾਨ ਲੈਣਾ ਹੁੰਦਾ ਹੈ ਬੇਟਾ, ਜਿਵੇਂ ਤੁਸੀਂ ਕਹਿੰਦੇ ਹੋ ਵੀ ਪਾਪਾ ਮੈਨੂੰ ਸੂਟ ਲੈ ਦੇ ਜਾਂ ਮੈਨੂੰ ਕੋਈ ਘਰੇ TV ਲੈ ਦਿਓ,
ਤੇ ਪਾਪਾ ਫਿਰ ਸੋਚਦਾ ਹੈ ਵੀ ਪੁੱਤ ਐਂ ਕਰ, ਕੋਈ ਨਹੀਂ 4 ਦਿਨਾਂ ਬਾਅਦ ਦੀਵਾਲੀ ਆਉਣ ਵਾਲੀ ਹੈ, ਜਾਂ ਚਲੋ ਉਹਦਾ ਬਰਥਡੇ ਆਉਣ ਵਾਲਾ ਹੈ, ਆਪਾਂ ਉਦੋਂ ਲੈ ਦਾਂਗੇ। ਚਲੋ ਇੱਕ ਜਿਹੜੀ ਸਾਨੂੰ ਯਾਦਗਿਰੀ ਬਣੀ ਰਹਿੰਦੀ ਹੈ। ਤਾਂ ਸੇਮ ਐਵੇਂ ਹੀ ਕੀਤਾ ਬੇਟਾ ਅਸੀਂ, ਕਿਉਂਕਿ 26 ਜਨਵਰੀ ਦਾ ਜਿਹੜਾ ਦਿਨ ਹੈ ਬੇਟਾ, ਇਹ ਸਾਡੇ ਵਾਸਤੇ ਬਹੁਤ ਇਤਿਹਾਸਿਕ ਹੈ। ਔਰ ਇਤਿਹਾਸਿਕ ਕਿਉਂ ਹੈ ਬੇਟਾ, ਆ ਦੇਖੋ ਕਿ 26 ਜਨਵਰੀ 1930 ਵਾਲੇ ਦਿਨ ਨਾ ਜੋ ਹੈ ਅਸੀਂ ਪੂਰੇ ਭਾਰਤ ਦੇ ਵਿੱਚ ਸੁਤੰਤਰਤਾ ਦਿਵਸ ਮਨਾਇਆ ਸੀ, ਔਰ ਅਸੀਂ ਮੰਨ ਲਿਆ ਸੀ ਕਿ ਜੋ ਹੈ ਅਸੀਂ ਅੱਜ ਤੋਂ ਬਾਅਦ ਆਪਣੇ ਭਾਰਤ ਨੂੰ ਆਜ਼ਾਦ ਸਮਝਾਂਗੇ ਔਰ ਹਰ ਕੋਸ਼ਿਸ਼ ਕਰਾਂਗੇ ਆਜ਼ਾਦ ਕਰਾਉਣ ਦੀ। ਸੋ ਉਸ ਦਿਨ ਨੂੰ ਹਮੇਸ਼ਾ ਵਾਸਤੇ ਅਮਰ ਬਣਾਉਣ ਲਈ ਬੇਟਾ ਅਸੀਂ ਆਪਦੇ ਭਾਰਤੀ ਸੰਵਿਧਾਨ ਨੂੰ 26 ਜਨਵਰੀ 1950 ਨੂੰ ਲਾਗੂ ਕੀਤਾ। ਤੇ ਸੰਵਿਧਾਨ ਸਭਾ ਦੀ ਬੇਟਾ ਜੋ ਅੰਤਿਮ ਬੈਠਕ ਹੈ ਇਹ 25 ਜਨਵਰੀ 1950 ਨੂੰ ਹੋਈ, ਤੇ ਉਹਨਾਂ ਵਿੱਚ ਜੋ ਡਾਕਟਰ ਰਾਜਿੰਦਰ ਪ੍ਰਸਾਦ ਜੀ ਨੇ ਬੇਟਾ ਇਹਨਾਂ ਨੂੰ ਭਾਰਤ ਦਾ ਪਹਿਲਾ ਰਾਸ਼ਟਰਪਤੀ ਚੁਣਿਆ ਗਿਆ। ਔਰ ਇਸ ਤਰ੍ਹਾਂ ਜਿਹੜਾ ਸਾਡਾ ਭਾਰਤ ਹੈ ਇਹ 26 ਜਨਵਰੀ 1950 ਤੋਂ ਪੂਰਨ ਰੂਪ ਦੇ ਵਿੱਚ ਪ੍ਰਭੂਸੱਤਾ ਸੰਪੰਨ ਲੋਕਤੰਤਰੀ ਗਣਰਾਜ ਬਣ ਗਿਆ ਬੇਟਾ। ਓਕੇ, ਤਾਂ ਇਹ ਇਹਦੇ ਵਿੱਚ ਮੇਨ ਸੀ ਬੇਟਾ। ਇੱਕ ਵਾਰ ਮੈਂ ਫਿਰ ਦੱਸ ਦੇਣਾ, 2 ਸਾਲ 11 ਮਹੀਨੇ 18 ਦਿਨ ਲੱਗੇ, ਤੇ 26 ਨਵੰਬਰ 1949 ਨੂੰ ਸਾਡਾ ਸੰਵਿਧਾਨ ਤਿਆਰ ਹੋਇਆ, ਲਾਗੂ ਹੋਇਆ 26 ਜਨਵਰੀ 1950 ਨੂੰ, ਔਰ ਪਹਿਲੇ ਰਾਸ਼ਟਰਪਤੀ ਬਣੇ ਡਾਕਟਰ ਰਾਜਿੰਦਰ ਪ੍ਰਸਾਦ ਜੀ। ਓਕੇ, ਸੰਵਿਧਾਨ। ਹੁਣ ਹੈ ਬੇਟਾ ਕਾਨੂੰਨ। ਜਦੋਂ ਵੀ ਤੁਸੀਂ ਇਹ ਸ਼ਬਦ ਸੁਣਦੇ ਹੋ ਕਾਨੂੰਨ, ਤੇ ਮਨ ਦੇ ਵਿੱਚ ਜ਼ਰੂਰ ਵਿਚਾਰ ਆਉਂਦਾ ਹੈ ਕਿ ਇਹ ਕਾਨੂੰਨ ਕਿਆ ਚੀਜ਼ ਹੈ, ਇਹਦਾ ਅਰਥ ਕਿਆ ਹੈ। ਤਾਂ ਆਓ ਆਪਾਂ ਅੱਜ ਤੁਹਾਨੂੰ ਮੈਂ ਦੱਸਦਾ ਹਾਂ ਬੇਟਾ, ਜੋ ਕਾਨੂੰਨ ਹੈ ਇਹ ਅੰਗਰੇਜ਼ੀ ਭਾਸ਼ਾ ਦਾ ਇੱਕ ਸ਼ਬਦ ਹੈ ਲੋ। ਹਾਂਜੀ, ਔਰ ਲੋ ਦੀ ਜਿਹੜੀ ਉਤਪਤੀ ਹੈ ਬੇਟਾ ਇਹ ਟਿਊਟੋਨਿਕ ਸ਼ਬਦ ਹੈ ਲੈਗ, ਆਹ ਵਾਲਾ ਜਿਹੜਾ ਹੈ ਲੈਗ ਬੇਟਾ, ਠੀਕ ਹੈ, ਇਸ ਤੋਂ ਹੋਈ ਹੈ, ਔਰ ਜਿਹਦਾ ਅਰਥ ਹੁੰਦਾ ਹੈ ਨਿਸ਼ਚਿਤ। ਤੇ ਇਹਦਾ ਮਤਲਬ ਇਹ ਹੋ ਗਿਆ ਕਿ ਜਿਹੜਾ ਕਾਨੂੰਨ ਹੈ ਇਹ ਕਿਸੇ ਵੀ ਜਿਹੜੇ ਨਿਸ਼ਚਿਤ ਨਿਯਮ ਨੇ ਅਸੀਂ ਉਹਨਾਂ ਨੂੰ ਕਾਨੂੰਨ ਕਹਿੰਦੇ ਆ। ਫੋਰ ਐਗਜ਼ਾਮਪਲ, ਜਿਵੇਂ ਹੁਣ ਆਪਣੇ ਸਕੂਲ ਨੇ ਬੇਟਾ, ਚਲੋ ਹੁਣ ਤਾਂ ਲੋਕਡਾਊਨ ਕਰਕੇ ਬੰਦ ਹੈਗੇ ਨੇ, ਲੇਕਿਨ ਜਿਹੜਾ ਸਾਡਾ ਹੁਣ ਸਮਾਂ ਹੈ ਇਹ 8 ਵਜੇ ਤੋਂ ਲੈ ਕੇ 2 ਵਜੇ ਤੱਕ, ਤੇ ਇੱਕ ਸਾਡਾ ਨਿਸ਼ਚਿਤ ਨਿਯਮ ਹੈ। ਤੇ ਇਹ ਜੋ ਹੈ ਆਪਣੇ ਵਾਸਤੇ ਬੇਟਾ ਇੱਕ ਕਾਨੂੰਨ ਹੈ ਕਿ ਅਗਰ ਤੁਸੀਂ 8 ਵਜੇ ਤੋਂ ਬਾਅਦ ਲੇਟ ਆਓਗੇ ਤਾਂ ਤੁਹਾਨੂੰ ਬੇਟਾ ਸਜ਼ਾ ਦਿੱਤੀ ਜਾਏਗੀ, ਠੀਕ ਹੈ ਨਾ। ਤਾਂ ਇਸ ਤਰ੍ਹਾਂ ਕਾਨੂੰਨ ਦਾ ਮਤਲਬ ਹੁੰਦਾ ਹੈ ਕਿਸੇ ਵੀ ਨਿਸ਼ਚਿਤ ਨਿਯਮਾਂ ਤੋਂ। ਔਰ ਭਾਰਤੀ ਸੰਵਿਧਾਨ ਅਨੁਸਾਰ ਭਾਰਤ ਦੇ ਵਿੱਚ ਕਾਨੂੰਨ ਦਾ ਸ਼ਾਸਨ ਹੈ, ਕਾਨੂੰਨ ਦਾ ਰਾਜ ਹੈ ਬੇਟਾ ਸਾਡੇ ਭਾਰਤ ਦੇ ਵਿੱਚ, ਔਰ ਕਾਨੂੰਨ ਤੋਂ ਉੱਪਰ ਕੋਈ ਵੀ ਨਹੀਂ ਹੈ। ਚਲਿਏ ਜੀ, ਅੱਗੇ ਆਪਣਾ ਟੌਪਿਕ ਹੈ ਸੰਵਿਧਾਨ ਦੀ ਭੂਮਿਕਾ, ਕਿ ਸਾਡੇ ਜਿਹੜਾ ਹੈ ਸਮਾਜ ਦੇ ਵਿੱਚ, ਸਾਡੇ ਦੇਸ਼ ਦੇ ਵਿੱਚ ਸੰਵਿਧਾਨ ਦੀ ਕੀ ਭੂਮਿਕਾ ਹੈ। ਤਾਂ ਦੇਖੋ, ਮਨੁੱਖ ਬੇਟਾ ਇੱਕ ਸਮਾਜਿਕ ਪ੍ਰਾਣੀ ਹੈ ਅਤੇ ਸਮੁਦਾਇ ਵਿੱਚ ਰਹਿੰਦਾ ਹੈ, ਸਮੂਹ ਵਿੱਚ ਰਹਿੰਦਾ ਹੈ, ਸੰਘ ਵੀ ਬਣਾਉਂਦਾ ਹੈ ਬੇਟਾ, ਗਰੁੱਪ ਬਣਾਉਂਦਾ ਹੈ, ਜੋ ਕਿਸੇ ਨਾ ਕਿਸੇ ਕਾਨੂੰਨ ਅਨੁਸਾਰ ਹੀ ਚਲਾਏ ਜਾਂਦੇ ਨੇ। ਜੇ ਆਪਾਂ ਜਿਸ ਵੀ ਬੇਟਾ ਪਾਰਟੀ ਵਿੱਚ ਰਹਿੰਦੇ ਹਾਂ, ਜਿਸ ਵੀ ਕਿਸੇ ਗਰੁੱਪ ਵਿੱਚ ਰਹਿੰਦੇ ਹਾਂ, ਤੇ ਉਹਦਾ ਕੋਈ ਨਾ ਕੋਈ ਨਿਯਮ ਤਾਂ ਹੁੰਦੇ ਹੀ ਨੇ। ਹੁਣ ਸਕੂਲ ਦੇ ਵਿੱਚ ਵੀ ਆਪਾਂ ਨੂੰ ਜਿਹੜੇ ਨਿਸ਼ਚਿਤ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ, ਤਾਂ ਹੀ ਉਹ ਸਾਰੇ ਵਧੀਆ ਚੱਲਦੇ ਨੇ ਬੇਟਾ ਅਨੁਸ਼ਾਸਨ ਦੇ ਰਾਹੀਂ। ਮਤਲਬ ਕਿ ਹਰ ਸੰਸਥਾ ਨੂੰ ਕਿਸੇ ਨਿਸ਼ਚਿਤ ਕਾਨੂੰਨ ਦੀ ਜ਼ਰੂਰਤ ਪੈਂਦੀ ਹੈ ਬੇਟਾ। ਤਾਂ ਇਸ ਕਰਕੇ ਜੋ ਹੈ ਸੰਵਿਧਾਨ ਦੀ ਸਾਡੇ ਜੀਵਨ ਦੇ ਵਿੱਚ ਅਹਿਮ ਭੂਮਿਕਾ ਹੈ। ਹੁਣ ਜਿਸ ਤਰ੍ਹਾਂ ਦੇਖੋ, ਦਾਜ ਰੋਕੂ ਕਾਨੂੰਨ। ਦਾਜ ਬੇਟਾ ਸਮਝਦੇ ਹੋ ਤੁਸੀਂ, ਜਦੋਂ ਕਿਸੇ ਲੜਕੀ ਦੀ ਸ਼ਾਦੀ ਹੁੰਦੀ ਹੈ ਤਾਂ ਉਹਨਾਂ ਦੇ ਜਿਹੜੇ ਪੇਰੈਂਟਸ ਨੇ, ਜੋ ਮਾਪੇ ਨੇ ਬੇਟਾ, ਉਹ ਕੁਛ ਨਾ ਕੁਛ ਜਿਹੜਾ ਹੈ ਬੱਚੇ ਨੂੰ ਜ਼ਰੂਰ ਭੇਂਟ ਸਰੂਪ ਦਿੰਦੇ ਨੇ। ਪਰ ਇਹ ਜਿਹੜੀ ਹੈ ਸਾਡੀ ਇੱਕ ਸਮਾਜਿਕ ਬੁਰਾਈ ਬੇਟਾ ਬਣ ਗਈ ਹੈ। ਕਈ ਵਾਰੀ ਵਿਆਹ ਸ਼ਾਦੀਆਂ ਦੇ ਵਿੱਚ ਜਿਹੜੇ ਮੁੰਡੇ ਵਾਲੇ ਨੇ ਉਹ ਦਾਜ ਦੀ ਮੰਗ ਕਰਦੇ ਨੇ ਕਿ ਸਾਨੂੰ ਆਹ ਚੀਜ਼ ਚਾਹੀਦੀ ਹੈ। ਅੱਜ ਤੁਸੀਂ ਫੋਟੋ ਬੇਟਾ ਦੇਖ ਰਹੇ ਹੋ, ਤੇ ਇਹ ਲੜਕੀ ਵਾਲੇ ਹੈਗੇ ਨੇ, ਔਰ ਇਹ ਕਹਿ ਰਹੇ ਨੇ ਸਾਨੂੰ ਜਿਹੜਾ ਹੈ ਆਹ ਸਮਾਨ ਚਾਹੀਦਾ ਹੈ, ਉਹ ਜਿਹੜਾ ਸਾਰਾ ਚਾਹੀਦਾ ਬੇਟਾ, ਦੇਖੋ ਕਿੰਨਾ ਕੁਝ ਦਿਖਾਇਆ ਹੋਇਆ। ਤਾਂ ਲੜਕੀ ਦੇ ਜੋ ਹੈ ਬਾਪ ਵਾਸਤੇ ਇਹ ਮੁਸ਼ਕਿਲ ਹੋ ਜਾਂਦਾ ਹੈ, ਔਰ ਇਸ ਦੇ ਕਾਰਨ ਹੀ ਜੋ ਹੈ ਭਰੂਣ ਹੱਤਿਆ ਨੂੰ ਬੜਾਵਾ ਮਿਲਿਆ। ਔਰ ਜਿਹੜੇ ਮਾਂ-ਬਾਪ ਸੀ ਇਹ ਸੋਚਣ ਲੱਗ ਪਏ ਵੀ ਜਦੋਂ ਲੜਕੀ ਵੱਡੀ ਹੋਏਗੀ ਸਾਨੂੰ ਇੰਨਾ ਕੁਝ ਦਾਨ
ਦਾਜ ਦੇਣਾ ਪਏਗਾ। ਤੇ ਇਹ ਜਿਹੜੀ ਫਿਰ ਬੁਰਾਈ ਹੈ ਭਰੂਣ ਹੱਤਿਆ ਦੀ, ਭਰੂਣ ਹੱਤਿਆ ਬੜਾ ਸਮਝਦੇ ਹੋ, ਬੱਚੀ ਨੂੰ ਕੁੱਖ ਦੇ ਵਿੱਚ ਹੀ ਮਾਰ ਦੇਣਾ। ਔਰ ਇਸੇ ਕਰਕੇ ਜਿਹੜਾ ਹੈ ਲਿੰਗ ਅਨੁਪਾਤ ਦੇ ਵਿੱਚ ਵੀ ਭਾਰੀ ਜਿਹੜਾ ਹੈ ਸਾਨੂੰ ਫਰਕ ਦੇਖਣ ਨੂੰ ਮਿਲਿਆ ਬੇਟਾ। ਲਿੰਗ ਅਨੁਪਾਤ ਦਾ ਮਤਲਬ ਹੈ ਬੇਟਾ 1000 ਮਰਦਾਂ ਪਿੱਛੇ ਔਰਤਾਂ ਦੀ ਸੰਖਿਆ। ਅਗਰ ਤਾਂ 1000 ਦੇ ਨਾਲ 1000 ਔਰਤਾਂ ਨੇ ਤਾਂ ਲਿੰਗ ਅਨੁਪਾਤ ਬੇਟਾ ਬਰਾਬਰ ਹੁੰਦਾ ਹੈ। ਅਗਰ ਔਰਤਾਂ ਦੀ ਗਿਣਤੀ ਘੱਟ ਹੈ ਤਾਂ ਲਿੰਗ ਅਨੁਪਾਤ ਘੱਟ ਹੋਏਗਾ। ਅਗਰ ਗਿਣਤੀ ਜ਼ਿਆਦਾ ਹੈ ਤਾਂ ਅਸੀਂ ਕਹਿੰਦੇ ਲਿੰਗ ਅਨੁਪਾਤ ਵੱਧ ਹੈ। ਤਾਂ ਸਾਡੇ ਦੇਸ਼ ਦੇ ਵਿੱਚ ਬੇਟਾ ਇੱਕੋ ਹੀ ਰਾਜ ਹੈ ਕੇਰਲਾ, ਜਿੱਥੇ ਲਿੰਗ ਅਨੁਪਾਤ ਜ਼ਿਆਦਾ ਹੈ। ਤਾਂ ਇਹਨਾਂ ਬੁਰਾਈਆਂ ਨੂੰ ਰੋਕਣ ਵਾਸਤੇ ਬੇਟਾ ਜੋ ਭਾਰਤ ਸਰਕਾਰ ਨੇ ਦਾਜ ਰੋਕੂ ਕਾਨੂੰਨ ਬਣਾਇਆ, ਔਰ ਇਹ ਜਿਹੜਾ ਹੈ ਕਾਨੂੰਨ ਬਣਾਇਆ ਗਿਆ ਬੇਟਾ 1961 ਦੇ ਵਿੱਚ, 1961। ਇਹ ਬੜਾ ਤੁਸੀਂ ਗੱਲ ਯਾਦ ਰੱਖਣੀ ਹੈ, 1961 ਦੇ ਵਿੱਚ। ਲੇਕਿਨ ਹੁਣ 2020 ਚੱਲ ਰਿਹਾ ਬੇਟਾ, ਪਰ ਅੱਜ ਵੀ ਆਪਾਂ ਅਖਬਾਰਾਂ ਵਿੱਚ ਪੜ੍ਹਦੇ ਹਾਂ ਕਿ ਫਲਾਣੀ ਜਿਹੜੀ ਔਰਤ ਹੈ, ਜਾਂ ਅਖਬਾਰਾਂ ਵਿੱਚ ਆਉਂਦੀਆਂ ਨੇ ਕਿ ਵਿਆਹੁਤਾ ਔਰਤ ਹੈ ਦਾਜ ਦੀ ਬਲੀ ਚੜ੍ਹ ਗਈ। ਤਾਂ ਸਾਨੂੰ ਜ਼ਰੂਰਤ ਹੈ ਕਿ ਇਸ ਕਾਨੂੰਨ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ। ਔਰ ਜੋ ਪੜ੍ਹੇ ਲਿਖੇ ਲੋਕ ਨੇ ਅੱਜ ਕੱਲ੍ਹ ਦੇ ਸਮਾਜ ਦੇ ਬੇਟਾ, ਇਹਨਾਂ ਨੂੰ ਵੀ ਚਾਹੀਦਾ ਹੈ ਕਿ ਇਹ ਜੋ ਹੈ ਆਪਣੇ ਵਿਆਹ ਦੇ ਸਮੇਂ ਦਾਜ ਦੀ ਡਿਮਾਂਡ ਨਾ ਕਰਨ। ਸੰਵਿਧਾਨ ਨੂੰ ਸਰਵ ਉੱਚਤਾ ਬੇਟਾ, ਜਿਵੇਂ ਮੈਂ ਪਹਿਲਾਂ ਹੀ ਦੱਸ ਚੁੱਕਿਆ ਹਾਂ ਕਿ ਸਾਡੇ ਦੇਸ਼ ਦੇ ਵਿੱਚ ਸੰਵਿਧਾਨ ਨੂੰ ਸਭ ਤੋਂ ਉੱਪਰ ਵਾਲਾ ਸਥਾਨ ਬੇਟਾ ਜੋ ਹੈ ਉਹ ਮਿਲਿਆ ਹੋਇਆ। ਸੰਵਿਧਾਨ ਸਭ ਤੋਂ ਉੱਪਰ ਹੈ। ਔਰ ਸਰਕਾਰ ਵਿੱਚ ਅਹਿਮ ਅਹੁਦਿਆਂ ਤੇ ਨਿਯੁਕਤੀ ਤੋਂ ਪਹਿਲਾਂ ਸੰਵਿਧਾਨ ਦੀ ਸਰਵ ਉੱਚਤਾ ਅਤੇ ਸੰਵਿਧਾਨ ਨੂੰ ਮੰਨਣ ਦੀ ਸਹੁੰ ਚੁਕਾਈ ਜਾਂਦੀ ਹੈ। ਜਦੋਂ ਵੀ ਆਪਾਂ ਬੇਟਾ ਕੋਈ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰਦੇ ਨੇ, ਰਾਸ਼ਟਰਪਤੀ ਔਰ ਜਿਹੜੇ ਸਾਡੇ ਚੀਫ ਜੱਜ ਨੇ ਬੇਟਾ, ਜਾਂ ਜਿਹੜੇ ਸਾਡੇ ਮੰਤਰੀ ਨੇ, ਕੈਬਨਿਟ ਮੰਤਰੀ ਨੇ, ਤੇ ਉਹਨਾਂ ਨੂੰ ਇਹ ਸਹੁੰ ਚੁਕਾਈ ਜਾਂਦੀ ਹੈ ਕਿ ਅਸੀਂ ਜੋ ਵੀ ਕੰਮ ਕਰਾਂਗੇ ਸੰਵਿਧਾਨ ਦੇ ਦਾਇਰੇ ਦੇ ਵਿੱਚ ਹੀ ਰਹਿ ਕੇ ਕਰਾਂਗੇ। ਇਹ ਸਾਰੀਆਂ ਸਰਕਾਰੀ ਅਤੇ ਜਿਹੜੀਆਂ ਗੈਰ ਸਰਕਾਰੀ ਸੰਸਥਾਵਾਂ ਨੇ ਇਹ ਸੰਵਿਧਾਨ ਦੇ ਅਨੁਸਾਰ ਹੀ ਕੰਮ ਕਰਦੀਆਂ ਨੇ। ਔਰ ਕਾਨੂੰਨ ਦੀ ਪੈਰਵੀ ਲਈ ਨਿਆਂਪਾਲਿਕਾ ਦਾ ਗਠਨ ਕੀਤਾ ਗਿਆ ਕਿ ਅਗਰ ਕਿਸੇ ਵੀ ਪੈਰ ਤੇ ਲੱਗਦਾ ਹੈ ਵੀ ਕਾਨੂੰਨ ਦੀ ਉਲੰਘਣਾ ਹੋ ਰਹੀ ਹੈ, ਜੋ ਸੰਵਿਧਾਨ ਦੇ ਵਿੱਚ ਕਾਨੂੰਨ ਦਰਜ ਨੇ ਉਹਨਾਂ ਦਾ ਪਾਲਣ ਨਹੀਂ ਹੋ ਰਿਹਾ, ਤਾਂ ਉਹਦੇ ਵਾਸਤੇ ਬੇਟਾ ਨਿਆਂਪਾਲਿਕਾ ਦਾ ਗਠਨ ਕੀਤਾ ਗਿਆ। ਔਰ ਨਿਆਂਪਾਲਿਕਾ ਜਿਹੜੀ ਹੈ ਇਹ ਬਿਲਕੁਲ ਆਜ਼ਾਦ ਅਤੇ ਨਿਰਪੱਖ ਹੈ ਬੇਟਾ। ਇਹ ਬਹੁਤ ਵਧੀਆ ਗੱਲ ਹੈ ਆਪਣੇ ਦੇਸ਼ ਵਾਸਤੇ। ਔਰ ਅਗਰ ਕੋਈ ਕਾਨੂੰਨ ਤੋੜਦਾ ਹੈ ਬੇਟਾ, ਤੇ ਚਾਹੇ ਉਹ ਕਿਸੇ ਵੀ ਪਦਵੀ ਦੇ ਹੈ, ਅਮੀਰ ਹੈ, ਗਰੀਬ ਹੈ, ਤਾਂ ਜੋ ਨਿਆਂਪਾਲਿਕਾ ਹੈ ਬਿਨਾਂ ਕਿਸੇ ਭੇਦਭਾਵ ਦੇ ਉਹਨੂੰ ਜੋ ਬਣਦੀ ਸਜ਼ਾ ਹੈ ਬੇਟਾ ਉਹ ਮਿਲਦੀ ਹੈ। ਤੇ ਜੇਕਰ ਕੋਈ ਸੰਸਥਾ ਸੰਵਿਧਾਨ ਅਨੁਸਾਰ ਕੰਮ ਨਹੀਂ ਕਰਦੀ ਤਾਂ ਉਸ ਨੂੰ ਅਸੀਂ ਕਹਿ ਦਿੰਦੇ ਹਾਂ ਗੈਰ ਸੰਵਿਧਾਨਿਕ। ਠੀਕ ਹੈ ਜੀ। ਔਰ ਜੋ ਸਾਡੀ ਬੇਟਾ ਸੁਪਰੀਮ ਕੋਰਟ ਹੈ, ਅਸੀਂ ਉਸ ਨੂੰ ਪੁਨਰ ਨਿਰੀਖਣ ਦਾ ਵੀ ਅਧਿਕਾਰ ਦਿੱਤਾ ਗਿਆ ਹੈ। ਜੋ ਉਹਨਾਂ ਦੇ ਅਧੀਨ ਅਦਾਲਤਾਂ ਨੇ, ਜੋ ਹਾਈ ਕੋਰਟਸ ਨੇ, ਉਹਨਾਂ ਦੇ ਮੁਕੱਦਮੇ ਬੇਟਾ ਚੈੱਕ ਕਰ ਸਕਦੀ ਹੈ। ਦੁਬਾਰਾ ਉਹਨਾਂ ਨੂੰ ਖੋਲ੍ਹ ਕੇ ਦੁਬਾਰਾ ਜਿਹੜੀ ਹੈ ਉਹਨਾਂ ਨੂੰ ਕਿਸੇ ਦੀ ਅਪੀਲ 'ਤੇ ਉਹਨਾਂ ਨੂੰ ਖੋਲ੍ਹਿਆ ਜਾ ਸਕਦਾ ਹੈ ਬੇਟਾ। ਤੇ ਸਾਡੇ ਜਿਹੜਾ ਹੈ ਬੇਟਾ ਦੇਸ਼ ਦੇ ਵਿੱਚ ਪੂਰਨ ਲੋਕਤੰਤਰੀ ਢਾਂਚਾ ਲਾਗੂ ਕੀਤਾ ਗਿਆ ਹੈ। ਆਪਾਂ ਨਾਗਰਿਕਾਂ ਨੂੰ ਬਹੁਤ ਸਾਰੇ ਅਧਿਕਾਰ ਮਿਲੇ ਹੋਏ ਹਨ। ਜੇਕਰ ਸਰਕਾਰ ਲੋਕਾਂ ਦੇ ਹਿੱਤਾਂ ਦੇ ਖਿਲਾਫ ਕਾਨੂੰਨ ਬਣਾਉਂਦੀ ਹੈ ਤਾਂ ਲੋਕ ਇਸ ਦਾ ਵਿਰੋਧ ਕਰ ਸਕਦੇ ਨੇ। ਇਹ ਸਾਡੇ ਕੋਲ ਅਧਿਕਾਰ ਹੈ। ਬ੍ਰਿਟਿਸ਼ ਸਰਕਾਰ ਦੌਰਾਨ ਵੀ ਬੇਟਾ ਕਾਲੇ ਕਾਨੂੰਨ ਦੀ ਵਿਰੋਧਤਾ ਕੀਤੀ ਗਈ ਸੀ। ਤੁਹਾਨੂੰ ਯਾਦ ਹੋਏਗਾ 1919 ਵਾਲਾ ਜਿਹੜਾ ਰੋਲਟ ਐਕਟ ਸੀ ਬੇਟਾ, ਜਿਹਨੂੰ ਅਸੀਂ ਅੰਨਾ ਕਾਨੂੰਨ ਜਾਂ ਕਾਲਾ ਕਾਨੂੰਨ ਕਹਿੰਦੇ ਹਾਂ, ਤੇ ਉਸ ਦੇ ਨਤੀਜੇ ਵਜੋਂ ਹੀ ਜਲਿਆਂਵਾਲੇ ਬਾਗ ਦਾ ਬੇਟਾ ਜਿਹੜਾ ਖੂਨੀ ਸਾਕਾ ਹੋਇਆ ਸੀ। ਔਰ ਮਹਾਤਮਾ ਜੀ ਦੁਆਰਾ 1920 ਦੇ ਵਿੱਚ ਨਾ ਮਿਲਵਰਤਨ ਅੰਦੋਲਨ ਚਲਾਏ ਗਏ ਬੇਟਾ। 1930 ਦੇ ਵਿੱਚ ਸਿਵਲ ਨਾਫਰਮਾਨੀ ਅੰਦੋਲਨ ਚਲਾਇਆ ਗਿਆ। 1942 ਵਿੱਚ ਭਾਰਤ ਛੱਡੋ ਅੰਦੋਲਨ ਚਲਾਇਆ ਗਿਆ। ਠੀਕ ਹੈ ਜੀ ਬੇਟਾ। ਤੇ ਚਲੋ ਇਸ ਸਮੇਂ ਵਿੱਚ ਬੇਟਾ ਇੰਨਾ ਹੀ। ਬਾਕੀ ਅਗਲੇ ਪਾਰਟ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ। ਤੇ ਚੱਲਦੇ ਇੱਕ ਵਾਰੀ ਫਿਰ ਜੋ ਮੇਨ ਗੱਲਾਂ ਨੇ ਬੇਟਾ, ਜਲਿਆਂਵਾਲੇ ਜਿਹੜੀ ਬਾਗ ਦੀ ਘਟਨਾ ਹੋਈ ਉਹ ਹੋਈ ਜੀ 13 ਅਪ੍ਰੈਲ 1919 ਨੂੰ। ਤੇ ਰੋਲਟ ਐਕਟ ਜਾਂ ਅੰਨਾ ਕਾਨੂੰਨ ਜਾਂ ਕਾਲਾ ਕਾਨੂੰਨ ਕਹਿੰਦੇ ਆ ਬੇਟਾ। ਔਰ ਸੰਵਿਧਾਨ ਸਾਡੇ ਦੇਸ਼ ਵਿੱਚ ਸਰਵਉੱਚ ਹੈਗਾ ਹੈ। ਔਰ ਸੁਪਰੀਮ ਕੋਰਟ ਨੂੰ ਪੁਨਰ ਨਿਰੀਖਣ ਦਾ ਅਧਿਕਾਰ ਦਿੱਤਾ ਗਿਆ ਹੈ।
ਧੰਨਵਾਦ। ਜੈ ਹਿੰਦ ਪਿਆਰੇ ਬੱਚਿਓ, ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ ਨਾਗਰਿਕ ਸ਼ਾਸਤਰ ਦਾ ਪਾਠ ਸੰਵਿਧਾਨ ਅਤੇ ਕਾਨੂੰਨ ਦੇ ਦੂਸਰੇ ਅਤੇ ਅਖੀਰਲੇ ਪਾਠ ਦੇ ਵਿੱਚ ਬੇਟਾ। ਤੇ ਆਪਾਂ ਬੇਟਾ ਗੱਲ ਕਰ ਰਹੇ ਸੀ ਕਿ ਮਹਾਤਮਾ ਗਾਂਧੀ ਜੀ ਦੁਆਰਾ 1920 ਦੇ ਵਿੱਚ ਨਾ ਮਿਲਵਰਤਨ ਅੰਦੋਲਨ ਚਲਾਇਆ ਗਿਆ ਔਰ 1930 ਦੇ ਵਿੱਚ ਸਿਵਲ ਨਾਫਰਮਾਨੀ ਅੰਦੋਲਨ ਅਤੇ 1942 ਦੇ ਵਿੱਚ ਭਾਰਤ ਛੱਡੋ ਅੰਦੋਲਨ ਚਲਾਇਆ ਗਿਆ ਔਰ ਡਾਂਡੀ ਨਾਮਕ ਬੇਟਾ ਸਥਾਨ ਤੇ ਉਹਨਾਂ ਨੇ ਜੋ ਹੈ ਨਮਕ ਤੋੜਿਆ। ਓਕੇ, ਤੇ ਆਓ ਮੈਂ ਤੁਹਾਨੂੰ ਲੈ ਚੱਲਦਾ ਹਾਂ ਉਸ ਜਗ੍ਹਾ ਦੇ ਉੱਪਰ ਜਿਸ ਜਗ੍ਹਾ ਤੇ ਮਹਾਤਮਾ ਗਾਂਧੀ ਜੀ ਨੇ ਸਨ 1930 ਦੇ ਵਿੱਚ ਨਮਕ ਦੇ ਕਾਨੂੰਨ ਦੀ ਉਲੰਘਣਾ ਕੀਤੀ ਸੀ ਬੇਟਾ। ਆਓ ਹਾਂਜੀ, ਆ ਦੇਖੋ ਬੇਟਾ, ਇਹ ਗਾਂਧੀ ਜੀ ਦਾ ਆਸ਼ਰਮ ਹੈ ਔਰ ਇੱਥੋਂ ਇਹ ਚੱਲੇ ਨੇ ਗੁਜਰਾਤ ਦੇ ਵਿੱਚ ਹੈ ਬੇਟਾ। ਇਹ ਡਾਂਡੀ ਨਾਮਕ ਸਥਾਨ ਤੇ ਇਹਨਾਂ ਨੇ ਯਾਤਰਾ ਸ਼ੁਰੂ ਕੀਤੀ ਆਪਣੇ ਆਸ਼ਰਮ ਤੋਂ 12 ਮਾਰਚ ਤੋਂ। ਤੇ ਆ ਦੇਖੋ, ਤੁਸੀਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਜਿਹੜੇ ਇਹ ਹੁੰਦੇ ਹੋਏ ਚੱਲੇ ਬਈ ਅਸੀਂ ਜੋ ਹੈ ਅੰਗਰੇਜ਼ਾਂ ਦੇ ਕਾਲੇ ਕਾਨੂੰਨਾਂ ਨੂੰ ਨਹੀਂ ਸਹਾਂਗੇ ਔਰ ਇੱਕ ਦਿਨ ਐਸਾ ਆਏਗਾ ਕਿ ਅਸੀਂ ਜੋ ਹੈ ਅੰਗਰੇਜ਼ਾਂ ਨੂੰ ਭਾਰਤ ਦੇ ਵਿੱਚੋਂ ਕੱਢ ਦਿਆਂਗੇ। ਤੇ ਸਾਰੇ ਜਿਹੜੇ ਲੋਕ ਸੀ ਪੂਰੇ ਭਾਰਤ ਦੇ ਵਿੱਚੋਂ ਗਾਂਧੀ ਜੀ ਦੇ ਨਾਲ ਹੋ ਗਏ ਔਰ ਸਾਰੇ ਨੇ ਜੋ ਹੈ ਇਸ ਨਮਕ ਦੇ ਕਾਨੂੰਨ ਦਾ ਵਿਰੋਧ ਕੀਤਾ ਕਿ ਅਸੀਂ ਆਪਣਾ ਖੁਦ ਜੋ ਹੈ ਦੇਸ਼ ਦਾ ਨਮਕ ਬਣਾਵਾਂਗੇ। ਇਹ ਬੇਟਾ ਜੋ ਹੈ ਗਾਂਧੀ ਜੀ ਹੋਰ ਜੋ ਉਹਨਾਂ ਦੇ ਨਾਲ ਸਾਥੀ ਇਹ ਆ ਰਹੇ ਨੇ ਤੇ ਤਕਰੀਬਨ 3 ਹਫ਼ਤੇ ਬੇਟਾ ਉਹਨਾਂ ਨੂੰ ਲੱਗੇ ਆਪਣੇ ਆਸ਼ਰਮ ਤੋਂ ਉਸ ਡਾਂਡੀ ਨਾਮਕ ਸਥਾਨ ਤੇ ਪਹੁੰਚਣ ਵਾਸਤੇ। ਤੇ ਜਦੋਂ ਮਾਰਚ ਦੇ ਐਂਡ ਤੱਕ ਉਹ ਪਹੁੰਚੇ ਬੇਟਾ, ਉਹਨਾਂ ਨੇ ਪ੍ਰਣ ਕੀਤਾ ਕਿ ਮੈਂ ਜੋ ਹੈ ਇਸ ਤੋਂ ਨਮਕ ਬਣਾ ਕੇ ਔਰ ਅੰਗਰੇਜ਼ੀ ਸਰਕਾਰ ਦੀਆਂ ਜੜ੍ਹਾਂ ਹਿਲਾ ਦਿਆਂਗਾ ਔਰ ਬਿਲਕੁਲ ਇਹ ਹੋਇਆ ਵੀ ਬੇਟਾ ਐਵੇਂ ਹੀ। ਤੇ ਆ ਦੇਖੋ, ਡਾਂਡੀ ਮਾਰਚ ਦੇ ਨਾਲ ਜੋ ਹੈ ਇਹਨਾਂ ਨੇ ਸਿਵਲ ਨਾਫਰਮਾਨੀ ਅੰਦੋਲਨ ਚਾਲੂ ਕੀਤਾ 1930 ਦੇ ਵਿੱਚ ਔਰ ਜਿਹੜੀ ਅੰਗਰੇਜ਼ ਸਰਕਾਰ ਉਹਨਾਂ ਨੇ ਦੇਖੋ ਜਿਹੜੇ ਲੋਕ ਵਿਰੋਧ ਕਰ ਰਹੇ ਸਨ ਤਾਂ ਉਹਨਾਂ ਨੂੰ ਜੇਲ੍ਹਾਂ ਦੇ ਅੰਦਰ ਡੱਕ ਦਿੱਤਾ ਗਿਆ। ਗਾਂਧੀ ਜੀ ਨੂੰ ਵੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਔਰ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਜੋ ਹੈ ਗਾਂਧੀ ਜੀ ਨੂੰ ਗੱਲਬਾਤ ਕਰਨ ਵਾਸਤੇ ਲੰਡਨ ਬੁਲਾਇਆ। ਇਹ ਸੀ ਬੇਟਾ ਜੋ ਹੈ ਡਾਂਡੀ ਨਾਮਕ ਸਥਾਨ ਦੀ ਸਟੋਰੀ। ਤੇ ਆਓ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ। ਅੱਗੇ ਹੈ ਬੇਟਾ ਸ਼ਰਾਬਬੰਦੀ। ਸ਼ਰਾਬਬੰਦੀ, ਇਹ ਕੁਐਸਚਨ ਆ ਜਾਂਦਾ ਹੁੰਦਾ ਹੈ ਕਿ ਸ਼ਰਾਬਬੰਦੀ ਤੋਂ ਤੁਹਾਡਾ ਕੀ ਭਾਵ ਹੈ। ਤਾਂ ਇਹਦਾ ਕੁਐਸਚਨ ਬੇਟਾ ਜੋ ਉੱਤਰ ਤੁਸੀਂ ਲਿਖਣਾ ਹੈ ਬੜਾ ਆਸਾਨ ਹੈ। ਦੇਖੋ, ਸ਼ਰਾਬਬੰਦੀ ਤੋਂ ਭਾਵ ਸ਼ਰਾਬ ਵੇਚਣ ਅਤੇ ਪੀਣ ਦੇ ਕਾਨੂੰਨ ਅਨੁਸਾਰ ਮੁਕੰਮਲ ਪਾਬੰਦੀ ਹੈ ਬੇਟਾ। ਯਾਨੀ ਕਿ ਜਿਸ ਵੀ ਰਾਜ ਦੇ ਵਿੱਚ, ਜਿਸ ਦੇਸ਼ ਦੇ ਵਿੱਚ ਸ਼ਰਾਬਬੰਦੀ ਹੋਏਗੀ ਉਸ ਜਗ੍ਹਾ ਦੇ ਵਿੱਚ ਨਾ ਤਾਂ ਕੋਈ ਸ਼ਰਾਬ ਵੇਚ ਸਕਦਾ ਹੈ ਔਰ ਨਾ ਹੀ ਜੋ ਹੈ ਸ਼ਰਾਬ ਨੂੰ ਪੀ ਸਕਦਾ ਹੈ। ਤਾਂ ਇਹ ਦੋ ਗੱਲਾਂ ਨੇ ਬੇਟਾ ਤੁਸੀਂ ਜਿਹੜਾ ਧਿਆਨ ਕਰਨੀਆਂ ਹੈ। ਇੱਕ ਤਾਂ ਜੋ ਹੈ ਸ਼ਰਾਬ ਵੇਚਣ ਦੇ ਉੱਪਰ ਪਾਬੰਦੀ ਹੈ ਔਰ ਦੂਸਰਾ ਉਸ ਸ਼ਰਾਬ ਪੀਣ ਤੇ ਵੀ ਪਾਬੰਦੀ ਹੈ। ਤਾਂ ਸਾਡੇ ਦੇਸ਼ ਦੇ ਵਿੱਚ ਗੁਜਰਾਤ, ਹਰਿਆਣਾ ਔਰ ਕੇਰਲ ਬੇਟਾ, ਇਹ ਜੋ ਜਿਹੜੀਆਂ ਰਾਜ ਸਰਕਾਰਾਂ ਨੇ ਇਹਨਾਂ ਨੇ ਪੂਰਨ ਸ਼ਰਾਬਬੰਦੀ ਕਾਨੂੰਨ ਪਾਸ ਕੀਤੇ ਹੋਏ ਨੇ ਕਿ ਸਾਡੇ ਰਾਜ ਦੇ ਵਿੱਚ ਨਾ ਕੋਈ ਸ਼ਰਾਬ ਵੇਚ ਸਕੇਗਾ ਔਰ ਨਾ ਕੋਈ ਪੀ ਸਕੇਗਾ। ਔਰ ਜੇ ਕੋਈ ਇਸ ਤਰ੍ਹਾਂ ਕਰਦਾ ਪਾਇਆ ਗਿਆ ਤਾਂ ਤੁਸੀਂ ਇਹ ਫੋਟੋ 'ਚ ਦੇਖ ਰਹੇ ਹੋ, ਉਹਨਾਂ ਨੂੰ ਜੋ ਜਿਹੜੀ ਹੈ ਜੇਲ੍ਹ ਹੋ ਸਕਦੀ ਹੈ ਤਾਂ ਉਹਨਾਂ ਨੂੰ ਸਜ਼ਾ ਵੀ ਮਿਲ ਸਕਦੀ ਹੈ ਬੇਟਾ। ਓਕੇ, ਚਲਿਏ ਤੇ ਇੱਕ ਵਾਰੀ ਫਿਰ ਆਪਾਂ ਬੇਟਾ ਗੱਲ ਕਰਦੇ ਹਾਂ ਚੱਲਦੇ। ਸੰਵਿਧਾਨ ਉਹ ਕਾਨੂੰਨੀ ਦਸਤਾਵੇਜ਼ ਹੈ ਜਿਸ ਦੇ ਅਨੁਸਾਰ ਦੇਸ਼ ਦਾ ਪ੍ਰਸ਼ਾਸਨ ਚਲਾਇਆ ਜਾਂਦਾ ਹੈ। ਠੀਕ ਹੈ ਜੀ। ਤੇ ਸੰਵਿਧਾਨ ਬਣਨ ਵਿੱਚ ਸਮਾਂ ਲੱਗਿਆ ਸਾਨੂੰ 2 ਸਾਲ 11 ਮਹੀਨੇ 18 ਦਿਨ ਔਰ ਸੰਵਿਧਾਨ ਸਭਾ ਦੇ ਕੁੱਲ 11 ਸਮਾਗਮ ਹੋਏ ਤੇ ਸਾਡਾ ਜਿਹੜਾ ਸੰਵਿਧਾਨ ਬੇਟਾ ਲਾਗੂ ਹੋਇਆ
26 ਜਨਵਰੀ 1950 ਨੂੰ। ਓਕੇ, ਤੇ ਸਾਡੇ ਬੇਟਾ ਜੋ ਪਹਿਲੇ ਰਾਸ਼ਟਰਪਤੀ ਬਣੇ ਆਜ਼ਾਦ ਭਾਰਤ ਦੇ ਉਹ ਹਨ ਡਾਕਟਰ ਰਾਜਿੰਦਰ ਪ੍ਰਸਾਦ ਜੀ। ਤੇ ਕਾਨੂੰਨ ਦੀ ਬੇਟਾ ਆਪਾਂ ਗੱਲ ਕੀਤੀ ਸੀ। ਕਾਨੂੰਨ ਸ਼ਬਦ ਦਾ ਜੋ ਅਰਥ ਹੈ ਉਹ ਇੱਕ ਨਿਸ਼ਚਿਤ ਨਿਯਮਾਂ ਤੋਂ ਹੈ ਬੇਟਾ, ਕਿ ਜਿਹੜੇ ਨਿਯਮ ਨੇ ਉਹ ਨਿਸ਼ਚਿਤ ਹੋਣੇ ਚਾਹੀਦੇ ਨੇ। ਚਲਿਏ ਅੱਗੇ ਆਪਾਂ ਚੱਲਦੇ ਹਾਂ। ਇਹ ਜਿਹੜਾ ਆਪਾਂ ਗੱਲ ਕੀਤੀ ਸੀ ਭਰੂਣ ਹੱਤਿਆ ਬੇਟਾ, ਭਰੂਣ ਹੱਤਿਆ ਦਾ ਜਿਹੜਾ ਮੇਨ ਕਾਰਨ ਹੈ ਉਹ ਹੈਗੀ ਸੀ ਸਾਡੀ ਦਾਜ ਪ੍ਰਥਾ। ਤੇ ਨਾਗਰਿਕਾਂ ਨੂੰ ਬੇਟਾ ਸਾਡੇ ਸੰਵਿਧਾਨ ਦੇ ਵਿੱਚ ਕੁਝ ਅਧਿਕਾਰ ਮਿਲੇ ਨੇ, ਅਸੀਂ ਉਹਨਾਂ ਦਾ ਪ੍ਰਯੋਗ ਕਰਦੇ ਹਾਂ। ਔਰ ਗਾਂਧੀ ਜੀ ਨੇ ਅੰਗਰੇਜ਼ ਸਰਕਾਰ ਖਿਲਾਫ ਕਾਫੀ ਅੰਦੋਲਨ ਚਲਾਏ। ਓਕੇ, ਜਿਵੇਂ ਤੁਹਾਨੂੰ ਮੇਨ ਮੈਂ ਹੁਣੇ ਦੱਸਿਆ ਬੇਟਾ, ਇੱਕ ਤਾਂ ਆਪਣਾ ਹੋ ਗਿਆ ਸਿਵਲ ਨਾਫਰਮਾਨੀ ਬੇਟਾ, ਫਿਰ ਆਪਣਾ ਭਾਰਤ ਛੋੜੋ ਅੰਦੋਲਨ ਹੋ ਗਿਆ ਜੀ। ਓਕੇ, ਤੇ ਇਸੇ ਤਰ੍ਹਾਂ ਹੀ ਅੰਗਰੇਜ਼ਾਂ ਨੇ ਬੇਟਾ ਜਿਹੜੀ ਬੰਗਾਲ ਨੂੰ ਵੰਡਿਆ ਸੀ, ਇਹ ਗੱਲ ਹੈ 1905 ਈਸਵੀ ਦੇ ਵਿੱਚ ਲਾਰਡ ਕਰਜ਼ਨ ਨੇ ਬੰਗਾਲ ਦੀ ਵੰਡ ਕਰ ਦਿੱਤੀ ਸੀ। ਤੇ ਉਸ ਤੋਂ ਬਾਅਦ ਜੋ ਹੈ ਦੇਸ਼ ਵਾਸੀਆਂ ਨੇ ਬੇਟਾ ਅੰਗਰੇਜ਼ਾਂ ਦੇ ਖਿਲਾਫ ਹਾਂ ਦਾ ਹੋਕਾ ਮਾਰਿਆ ਸੀ ਕਿ ਅਸੀਂ ਜੋ ਹੈ ਅੰਗਰੇਜ਼ਾਂ ਨੂੰ ਭਾਰਤ ਦੇ ਵਿੱਚੋਂ ਕੱਢ ਕੇ ਹੀ ਚੈਨ ਲਵਾਂਗੇ। ਔਰ ਜਿਸ ਸਥਾਨ ਤੇ ਗਾਂਧੀ ਜੀ ਨੇ ਨਮਕ ਦਾ ਕਾਨੂੰਨ ਤੋੜਿਆ ਉਸ ਜਗ੍ਹਾ ਦਾ ਨਾਮ ਹੈ ਬੇਟਾ ਡਾਂਡੀ। ਓਕੇ, ਤੇ ਗੁਜਰਾਤ, ਹਰਿਆਣਾ ਤੇ ਕੇਰਲ ਸਰਕਾਰ ਜੋ ਹੈ, ਇਹ ਤਿੰਨ ਸਾਡੀਆਂ ਬੇਟਾ ਰਾਜ ਸਰਕਾਰਾਂ ਨੇ ਜਿਨ੍ਹਾਂ ਨੇ ਸ਼ਰਾਬਬੰਦੀ ਕਾਨੂੰਨ ਪਾਸ ਕੀਤੇ ਹੋਏ ਹੈ। ਤੇ ਦਹੇਜ ਵਿਰੋਧੀ ਜਿਹੜਾ ਕਾਨੂੰਨ ਬਣਿਆ ਭਾਰਤ ਦੇ ਵਿੱਚ ਸਨ 1961 ਦੇ ਵਿੱਚ। ਠੀਕ ਹੈ ਜੀ। ਚਲਿਏ ਹੁਣ ਆਪਾਂ ਸਮਾਂ ਆ ਗਿਆ ਹੈ ਤੁਹਾਡੇ ਕੋਲੋਂ ਪੁੱਛਣ ਦਾ ਕਿ ਤੁਸੀਂ ਕਿੰਨਾ ਕੁ ਜਿਹੜਾ ਇਹਦੇ ਵਿੱਚੋਂ ਗਿਆਨ ਹਾਸਲ ਕੀਤਾ ਹੈ। ਤੇ ਆਓ ਕਰਦੇ ਹਾਂ ਗੱਲ ਆਪਾਂ। ਹਾਂਜੀ, ਇਹ ਖਾਲੀ ਥਾਵਾਂ ਨੇ ਬੇਟਾ, ਖਾਲੀ ਥਾਵਾਂ ਭਰਨੀਆਂ ਆਪਾਂ। ਕੁਐਸਚਨ ਨੰਬਰ 1 ਹੈ ਕਿ ਕਾਨੂੰਨ ਸ਼ਬਦ ਦਾ ਅਰਥ ਕਿਸ ਤੋਂ ਹੈ। ਤੇ ਹਾਂਜੀ ਬੇਟਾ, ਹਾਂ ਬਿਲਕੁਲ ਆਪਣੀ ਗੱਲ ਹੋਈ ਹੈ। ਹਾਂ, ਮੈਂ ਹੁਣੇ ਤੁਹਾਨੂੰ ਦੱਸਿਆ ਹੈ ਕਾਨੂੰਨ ਸ਼ਬਦ ਦਾ ਜੋ ਅਰਥ ਹੈ ਨਿਸ਼ਚਿਤ ਨਿਯਮਾਂ ਤੋਂ। ਤੁਸੀਂ ਇੱਥੇ ਜਿਹੜਾ ਭਰ ਦੇਣਾ ਹੈ ਨਿਸ਼ਚਿਤ ਨਿਯਮਾਂ ਤੋਂ ਹੈ। ਔਰ ਸੰਵਿਧਾਨ ਸਭਾ ਦੇ ਕੁੱਲ ਕਿੰਨੇ ਸਮਾਗਮ ਹੋਏ। ਹਾਂਜੀ, ਹੁਣੇ ਬੇਟਾ ਆਪਾਂ ਜਦੋਂ ਰੀਕੈਪੂਲੇਸ਼ਨਸ ਗੱਲ ਕੀਤੀ ਹੈਗੀ ਹੈ ਤਾਂ ਸੰਵਿਧਾਨ ਸਭਾ ਦੇ ਵਿੱਚ ਕੁੱਲ 11 ਸਮਾਗਮ ਹੋਏ ਸਨ। ਤੇ ਸੰਵਿਧਾਨ ਉਹ ਕਾਨੂੰਨੀ ਦਸਤਾਵੇਜ਼ ਹੈ ਜਿਸ ਅਨੁਸਾਰ ਕਿਸੇ ਦੇਸ਼ ਦਾ ਆਪਾਂ ਕੀ ਚਲਾਉਂਦੇ ਆ, ਯੈਸ, ਪ੍ਰਸ਼ਾਸਨ ਬੇਟਾ। ਓਕੇ, ਸ਼ਾਸਨ ਪ੍ਰਬੰਧ ਕਹਿ ਲਓ, ਪ੍ਰਸ਼ਾਸਨ ਕਹਿ ਲਓ, ਉਹ ਚਲਾਇਆ ਜਾਂਦਾ ਹੈ ਤੇ ਸੰਵਿਧਾਨ ਦੁਆਰਾ ਹੈ ਬੇਟਾ। ਗਾਂਧੀ ਜੀ ਨੇ ਕਿਸ ਸਥਾਨ ਤੇ ਨਮਕ ਦਾ ਕਾਨੂੰਨ ਤੋੜਿਆ। ਤੇ ਇਹ ਤਾਂ ਤੁਹਾਨੂੰ ਯਾਦ ਬੇਟਾ ਹੋ ਗਿਆ ਹੋਵੇਗਾ ਚੰਗੀ ਤਰ੍ਹਾਂ। ਹਾਂਜੀ, ਇਹ ਜਿਹੜਾ ਸਾਡਾ ਸਥਾਨ ਹੈ ਜੋ ਗੁਜਰਾਤ ਦੇ ਵਿੱਚ ਹੈ ਬੇਟਾ, ਔਰ ਇਹਦਾ ਜਿਹੜਾ ਨਾਮ ਹੈ ਡਾਂਡੀ। ਓਕੇ, ਡਾਂਡੀ ਨਾਮਕ ਜੋ ਹੈ ਸਥਾਨ ਤੇ ਨਮਕ ਦਾ ਕਾਨੂੰਨ ਤੋੜਿਆ ਔਰ ਉੱਥੋਂ ਹੀ ਇਹਨਾਂ ਨੇ ਸਿਵਲ ਨਾਫਰਮਾਨੀ ਅੰਦੋਲਨ ਚਾਲੂ ਕੀਤਾ। ਤੇ ਮਸੌਦਾ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਸੀ ਬੇਟਾ। ਮਸੌਦਾ ਕਮੇਟੀ ਦੇ ਜਿਹੜੇ ਮੈਂਬਰ ਸਨ ਟੋਟਲ, ਆਪਣੀ ਗੱਲ ਹੋਈ ਹੈ ਬੇਟਾ, ਜੋ ਤੁਹਾਨੂੰ ਪਹਿਲੇ ਮੈਂ ਸੈਸ਼ਨ ਦੱਸਿਆ ਹੈ, ਉਹਨਾਂ ਦੀ ਜਿਹੜੀ ਗਿਣਤੀ, ਹਾਂਜੀ, ਜਿੰਨੇ ਇੱਕ ਹਫ਼ਤੇ ਵਿੱਚ ਦਿਨ ਹੁੰਦੇ ਨੇ ਉਨੇ ਹੀ ਉਹਨਾਂ ਦੀ ਗਿਣਤੀ ਸੀ 7 ਬੇਟਾ। ਮਸੌਦਾ ਕਮੇਟੀ ਦੇ ਕੁੱਲ ਮੈਂਬਰਾਂ ਦੀ ਗਿਣਤੀ 7 ਸੀ ਔਰ ਡਾਕਟਰ BR ਅੰਬੇਡਕਰ ਸਾਹਿਬ ਇਹਨਾਂ ਦੇ ਪ੍ਰਧਾਨ ਸਨ ਬੇਟਾ। ਚਲਿਏ ਅੱਗੇ ਨੇ ਖਾਲੀ ਥਾਵਾਂ ਬੇਟਾ। ਹੁਣ ਤੁਸੀਂ ਸੌਰੀ, ਸਹੀ ਜਾਂ ਗਲਤ ਹੈ, ਟਰੂ ਔਰ ਫੋਲਸ ਹੈ, ਤੁਸੀਂ ਦੱਸਣਾ ਹੈ ਵੀ ਇਹ ਠੀਕ ਹੈ ਕਿ ਗਲਤ ਹੈ। ਪਹਿਲਾ ਜੋ ਆਪਣਾ ਕੁਐਸਚਨ ਹੈ ਬੇਟਾ ਕਿ ਭਾਰਤੀ ਸੰਵਿਧਾਨ 2 ਸਾਲ 11 ਮਹੀਨੇ 18 ਦਿਨਾਂ ਵਿੱਚ ਤਿਆਰ ਹੋ ਗਿਆ। ਹਾਂ, ਦੱਸੋ ਠੀਕ ਹੈ ਕਿ ਗਲਤ ਹੈ। ਹਾਂ ਬਿਲਕੁਲ, ਬਹੁਤ ਪਿਆਰੇ ਬੱਚੇ, ਇਹ ਜਿਹੜਾ ਜਵਾਬ ਹੈ ਸਾਡਾ ਬਿਲਕੁਲ ਸਹੀ ਜਵਾਬ ਹੈ। ਨਾਗਰਿਕਾਂ ਨੂੰ ਸੰਵਿਧਾਨ ਅਨੁਸਾਰ ਕੋਈ ਅਧਿਕਾਰ ਪ੍ਰਾਪਤ ਨਹੀਂ ਹਨ। ਹਾਂਜੀ, ਆ ਬੱਚਿਆਂ ਨੇ ਹਿਲਾਉਣਾ ਸ਼ੁਰੂ ਕਰਤਾ ਵੀ ਨਹੀਂ ਸਾਰੇ ਤਾਂ ਗਲਤ ਹੈਗਾ। ਤੇ ਤੁਸੀਂ ਬਿਲਕੁਲ ਠੀਕ ਹੋ ਬੇਟਾ, ਇਹ ਜਿਹੜਾ ਜਵਾਬ ਗਲਤ ਹੈ ਕਿਉਂਕਿ ਸਾਡੇ ਸੰਵਿਧਾਨ ਦੇ ਵਿੱਚ ਨਾਗਰਿਕਾਂ ਨੂੰ ਬਹੁਤ ਸਾਰੇ ਅਧਿਕਾਰ ਵੀ ਮਿਲੇ ਨੇ ਤੇ ਸਾਡੇ ਫਰਜ਼ ਵੀ ਨੇ। ਹਾਂਜੀ, ਅਗਲੇ ਆਪਾਂ ਗੱਲ ਕਰੀਏ ਬੇਟਾ ਤੀਸਰੇ ਕੁਐਸਚਨ ਦੀ। ਗਾਂਧੀ ਜੀ ਨੇ ਅੰਗਰੇਜ਼ ਸਰਕਾਰ ਖਿਲਾਫ ਕਈ ਅੰਦੋਲਨ ਚਲਾਏ। ਦੱਸੋ ਬੱਚੋ, ਸਹੀ ਹੈ। ਹਾਂ ਬਿਲਕੁਲ ਠੀਕ ਬੇਟਾ, ਇਹ ਜਿਹੜਾ ਜਵਾਬ ਤੁਹਾਡਾ ਬਿਲਕੁਲ ਸਹੀ ਹੈ। ਨੈਕਸਟ, ਨਿਆਂਪਾਲਿਕਾ ਨੂੰ
ਸੰਵਿਧਾਨ ਦੀ ਰੱਖਿਆ ਲਈ ਬਹੁਤ ਸਾਰੇ ਅਧਿਕਾਰ ਪ੍ਰਾਪਤ ਹਨ ਨਿਆਂਪਾਲਿਕਾ ਨੂੰ ਬੇਟਾ। ਕਿਉਂਕਿ ਆਪਾਂ ਗੱਲ ਕੀਤੀ ਸੀ ਵੀ ਅਗਰ ਕੋਈ ਕਾਨੂੰਨ ਦੀ ਕੋਈ ਉਲੰਘਣਾ ਕਰਦਾ ਹੈ ਜਾਂ ਕੋਈ ਰਾਜ ਸਰਕਾਰ ਜਾਂ ਕੇਂਦਰ ਸਰਕਾਰ ਕੋਈ ਇਹੋ ਜਿਹਾ ਕਾਨੂੰਨ ਬਣਾਉਂਦੀਆਂ ਨੇ ਜੋ ਸੰਵਿਧਾਨ ਦੇ ਦਾਇਰੇ ਦੇ ਵਿੱਚ ਨਹੀਂ ਹੈ ਤਾਂ ਨਿਆਂਪਾਲਿਕਾ ਬੇਟਾ ਉਸ ਨੂੰ ਖਾਰਜ ਕਰ ਸਕਦੀ ਹੈ। ਤੇ ਇਹ ਬਿਲਕੁਲ ਸਹੀ ਜਵਾਬ ਹੈ ਕਿ ਨਿਆਂਪਾਲਿਕਾ ਨੂੰ ਸੰਵਿਧਾਨ ਦੀ ਰੱਖਿਆ ਲਈ ਬਹੁਤ ਸਾਰੇ ਅਧਿਕਾਰ ਪ੍ਰਾਪਤ ਹਨ। ਲਾਸਟ ਜਿਹੜਾ ਆਪਣਾ ਕੁਐਸਚਨ ਹੈ ਬੇਟਾ ਟਰੂ ਫਾਲਸ ਵਾਲਾ ਕਿ ਸੰਵਿਧਾਨ ਨੂੰ ਸਰਵ ਉੱਚ ਨਹੀਂ ਮੰਨਿਆ ਜਾਂਦਾ। ਹਾਂ ਠੀਕ ਹੈ ਬੇਟਾ, ਬਿਲਕੁਲ ਤੁਸੀਂ ਬੜੇ ਬੱਚੇ ਸਮਝਦਾਰ ਸਿਆਣੇ ਹੋ ਗਏ ਹੋ। ਬਾਕੀ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਸੰਵਿਧਾਨ ਨੂੰ ਅਸੀਂ ਜਿਹੜਾ ਹੈ ਸਰਵ ਉੱਚ ਨਹੀਂ ਮੰਨਦੇ। ਇਹ ਗਲਤ ਹੈ ਕਿਉਂਕਿ ਸਾਡੇ ਦੇਸ਼ ਦੇ ਵਿੱਚ ਜਿਹੜਾ ਸੰਵਿਧਾਨ ਹੈ ਇਹ ਸਭ ਤੋਂ ਸਰਵ ਉੱਚ ਹੈ। ਅੱਗੇ ਹੈ ਬੇਟਾ ਜਿਹੜੇ ਬਹੁ ਵਿਕਲਪੀ ਪ੍ਰਸ਼ਨ ਨੇ ਤੇ ਤੁਸੀਂ ਇਹਨਾਂ ਦਾ ਇੱਕ ਇੱਕ ਕਰਕੇ ਆਨਸਰ ਦੇਣਾ ਬੇਟਾ। ਆਪਾਂ ਚੱਲਦੇ ਹਾਂ ਇੱਕ ਇੱਕ ਕਰਕੇ। ਲੈਸਨ ਆਪਾਂ ਸਾਰਾ ਬੇਟਾ ਡਿਸਕਸ ਕੀਤਾ ਹੋਇਆ ਹੈ ਤੇ ਇਹ 5 ਜਿਹੜੇ ਹੈਗੇ ਨੇ ਕੁਐਸਚਨ ਤੁਹਾਡੇ ਕੋਲੋਂ ਮੈਂ ਇੱਕ ਇੱਕ ਕਰਕੇ ਪੁੱਛਦਾ ਬੇਟਾ। ਪਹਿਲਾ ਕੁਐਸਚਨ ਤਾਂ ਬੜਾ ਆਸਾਨ ਹੈ ਕਿ ਭਾਰਤ ਕਦੋਂ ਆਜ਼ਾਦ ਹੋਇਆ। 4 ਬੇਟਾ ਇਹਨਾਂ ਦੇ ਆਪਸ਼ਨ ਤੁਹਾਡੇ ਸਾਹਮਣੇ ਹੈ। ਹਾਂਜੀ ਬੱਚੇ ਦੂਰੀ ਬੋਲਣ ਲੱਗ ਪਏ ਨੇ, ਬਿਲਕੁਲ ਸਹੀ ਜਵਾਬ ਬੇਟਾ 15 ਅਗਸਤ 1947। ਗੁੱਡ। ਜੋ ਨੈਕਸਟ ਕੁਐਸਚਨ ਹੈ ਬੇਟਾ ਆਪਣਾ ਉਹ ਇਹ ਹੈ ਕਿ ਭਾਰਤ ਦੇ ਸੰਵਿਧਾਨ ਨੂੰ ਬਣਾਉਣ ਦੇ ਵਿੱਚ ਕਿੰਨਾ ਸਮਾਂ ਲੱਗਿਆ। ਆਪਸ਼ਨ ਤੁਹਾਡੇ ਸਾਹਮਣੇ ਬੇਟਾ ਤੇ ਮੈਨੂੰ ਸੋਚ ਕੇ ਦੱਸੋ ਕਿ ਊੜਾ ਐੜਾ ਈਡੀ ਦੇ ਵਿੱਚ ਕਿਹੜਾ ਜਵਾਬ ਸਹੀ ਹੈ। 3 ਸਾਲ 15 ਦਿਨ ਠੀਕ ਕਰ ਦਿਆਂ। ਅੱਛਾ ਬੱਚੇ ਸਿਰਾ ਲਾ ਰਹੇ ਵੀ ਨਹੀਂ ਸਾਰੇ ਗਲਤ ਹੈ। ਓਕੇ ਤੇ ਬੋਲੋ ਐੜਾ ਆਪਸ਼ਨ 5 ਸਾਲ 18 ਮਹੀਨੇ। ਅੱਛਾ ਨਹੀਂ ਇਹ ਵੀ ਗਲਤ ਹੈ। ਚਲੋ ਠੀਕ ਹੈ ਜੀ ਆਪਾਂ ਇਹ ਵੀ ਗਲਤ ਕਰ ਦਿੰਦੇ ਆ ਵੀ ਗਲਤ ਕਰ ਦਿੰਦੇ ਆ। ਫਿਰ ਤਾਂ ਆਪਣੇ ਕੋਲ ਇੱਕ ਹੀ ਬਚਿਆ। ਹਾਂ ਇਹ ਆਪਣੇ ਕੋਲ ਠੀਕ ਜਵਾਬ ਹੈ ਬੇਟਾ 2 ਸਾਲ 11 ਮਹੀਨੇ 18 ਦਿਨ। ओके जी बहुत अच्छे बच्चे। नेक्स्ट क्वेश्चन बेटा अपना ये है कि भारतीय संविधान दे विच जो साडा भारत है इस नूं कदों पूर्ण रूप दे विच बेटा प्रभु सत्ता संपन्न लोकतंत्री गणराज बनाया गया डिकलेयर किया गया। ये किस वक्त की गल है। ये 4 ऑप्शन तुहाडे सामने ने 26 जनवरी 1930, 26 जनवरी 1940, 26 जनवरी 1950 और 26 जनवरी 1960। हाँ जी बिल्कुल ठीक है बेटा 26 जनवरी 1950 ਨੂੰ ਜੋ ਹੈ ਅਸੀਂ ਆਪਦੇ ਭਾਰਤ ਨੂੰ ਲੋਕਤੰਤਰੀ ਗਣਰਾਜ ਜਿਹੜਾ ਹੈ ਘੋਸ਼ਿਤ ਕੀਤਾ ਸੀ। ਓਕੇ ਜੀ ਅੱਗੇ ਹਾਂਜੀ ਉਹ ਫਿਰ ਆਪਾਂ ਉੱਪਰ ਬੇਟਾ ਕੁਐਸਚਨ ਕਰਕੇ ਆਏ ਹਾਂ ਕਿ ਮਸੌਦਾ ਕਮੇਟੀ ਦੇ ਮੈਂਬਰਾਂ ਦੀ ਗਿਣਤੀ ਕਿੰਨੀ ਸੀ। 15 9 13 7। ਮੈਂ ਤੁਹਾਨੂੰ ਦੱਸਿਆ ਸੀ ਬੇਟਾ ਹੁਣੇ ਬੱਚੇ ਦੂਰੋਂ ਹੱਥ ਹਿਲਾ ਰਹੇ ਨੇ ਕਿ ਜੀ ਲਾਸਟ ਵਾਲਾ ਜਿੰਨੇ ਇੱਕ ਹਫ਼ਤੇ ਵਿੱਚ ਦਿਨ ਹੁੰਦੇ ਨੇ ਤੇ ਉਹਨੇ ਹੀ ਮੈਂਬਰ ਸਨ ਮਸੌਦਾ ਕਮੇਟੀ ਦੇ ਵਿੱਚ ਬੇਟਾ। ਚਲਿਏ ਨੈਕਸਟ ਕੁਐਸਚਨ ਕਾਂਗਰਸ ਨੇ ਪੂਰਨ ਸਵਰਾਜ ਦਾ ਮਤਾ ਕਦੋਂ ਪਾਸ ਕੀਤਾ। ਪਹਿਲੀ ਵਾਰੀ ਬੇਟਾ ਆਪਾਂ ਗੱਲ ਕਰਨੀ ਹੈ ਕਿ ਉਹਨਾਂ ਨੇ ਜਦੋਂ ਕਿਹਾ ਸੀ ਵੀ ਜੋ ਹੈ ਅਸੀਂ ਪੂਰਨ ਸਵਰਾਜ ਦਾ ਮਤਾ ਪਾਸ ਕਰਾਂਗੇ ਔਰ 26 ਜਨਵਰੀ ਨੂੰ ਜੋ ਹੈ 26 ਜਨਵਰੀ 1930 ਦੇ ਵਿੱਚ ਜੋ ਹੈ ਅਸੀਂ ਝੰਡਾ ਲਹਿਰਾਵਾਂਗੇ ਔਰ ਆਪਣੇ ਭਾਰਤ ਨੂੰ ਆਜ਼ਾਦ ਸਮਝਾਂਗੇ। ਇਹ ਗੱਲ ਕਦੋਂ ਮਤਲਬ ਕੀਤੀ ਗਈ ਜੀ। ਤਾਂ ਤੁਹਾਡੇ 4 ਆਪਸ਼ਨ ਤੁਹਾਡੇ ਸਾਹਮਣੇ ਬੇਟਾ। ਪਹਿਲਾ ਆਪਸ਼ਨ ਹੈ 31 ਦਸੰਬਰ 1930 ਤੇ 29 ਦਸੰਬਰ 1926 ਔਰ 31 ਦਸੰਬਰ 1929 ਔਰ 30 ਦਸੰਬਰ 1929। ਇਹ 4 ਆਪਸ਼ਨ ਨੇ ਬੇਟਾ। ਤੇ ਹਾਂਜੀ ਪਹਿਲਾ ਸਵਾਲ ਹਾਂ सही है बेटा ये जरा सही नहीं है। दूसरा 1926 ना ये भी गलत है। तीसरा ओके हाँ यस 31 दसंबर 1929 वाले दिन बेटा कांग्रेस ने पहली बारी जरा है पूर्ण स्वराज का मता पास किया सी। ओके जी चलिए अपने कोल बेटा समा बहुत घट बचा है तो जल्दी नाल आपां चलते हैं। मिलान करना बेटा दाज रोकू कानून बनया आपां कीता हुणे हाँ जी 1961 दे विच। बिल्कुल सही जवाब। तो जरा संविधान है वो की है साडा कानूनी दस्तावेज है। बिल्कुल सही बेटा गुड। और डांडी अंदोलन जड़ा है शुरू होया 1930 ਦੇ ਵਿੱਚ ਤੇ ਬੰਗਾਲ ਦੀ ਵੰਡ ਹੋਈ 1905 ਦੇ ਵਿੱਚ और भारत के पहले राष्ट्रपति डॉक्टर राजेंद्र प्रसाद। ओके बेटा
ਇਹ ਤਾਂ ਤਸਵੀਰਾਂ ਬੇਟਾ ਪਹਿਚਾਨੀਆਂ ਨੇ, ਇਹ ਸਾਡੇ ਡਾਕਟਰ BR ਅੰਬੇਡਕਰ ਸਰ ਨੇ, ਡਾਂਡੀ ਹੈ, ਇਹ ਸਾਡਾ ਤਿਰੰਗਾ ਝੰਡਾ। ਠੀਕ ਹੈ ਬੇਟਾ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ, ਓਕੇ ਬਾਏ।